ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਬਰਨ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਹਨ ਰੀਅਲ ਅਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਅਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਵਿਦੇਸ਼ੀ ਨਾਗਰਿਕਾਂ ਲਈ 7 ਸਤੰਬਰ ਤੋਂ ਖੁੱਲ ਰਹੇ ਹਨ ਕੈਨੇਡਾ ਦੇ ਦਰਵਾਜ਼ੇ। ਕੌਮਾਂਤਰੀ ਸਫ਼ਰ ਲਈ ਵੈਕਸੀਨ ਪਾਸਪੋਰਟ ਲਾਜ਼ਮੀ ਕਰਾਂਗੇ ਟਰੂਡੋ। ਆਸਟ੍ਰੇਲੀਆ ਵੱਲੋਂ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ ਵਿੱਚ 17 ਦਸੰਬਰ ਤੱਕ ਵਾਧਾ। ਫਿਲਪਾਈਨ ਨੇ ਭਾਰਤ ਤੇ 9 ਹੋਰ ਦੇਸ਼ਾਂ ਤੋਂ ਯਾਤਰਾ ਪਾਬੰਦੀ ਹਟਾਈ। ਬਾਈਡਨ ਨੇ ਗੁਪਤ ਸੂਚੀ ਤੋਂ ਹਟਾਏ 11 ਸਤੰਬਰ ਦੇ ਹਮਲੇ ਦੇ ਦਸਤਾਵੇਜ਼। ਪੀਐਮ ਮੋਦੀ ਸਤੰਬਰ ਦੇ ਅਖੀਰ 'ਚ ਕਰ ਸਕਦੇ ਨੇ ਅਮਰੀਕਾ ਦੀ ਯਾਤਰਾ। ਦੱਖਣੀ ਕੈਲੀਫੋਰਨੀਆ ਤੱਟੀ ਖੇਤਰ ਵਿੱਚ ਸਮੁੰਦਰੀ ਸੈਨਾ ਦਾ ਹੈਲੀਕਾਪਟਰ ਤਬਾਹ, 5 ਸੈਨਿਕਾਂ ਦੀ ਮੌਤ। ਤੇ ਹੁਣ ਇਹਨਾਂ ਖਬਰਾਂ ਦਾ ਵਿਸਤਾਰ। ਕੈਨੇਡਾ ਦੀ ਸੈਰ ਕਰਨ ਦੇ ਚਾਹਵਾਨ ਵਿਦੇਸ਼ੀ ਨਾਗਰਿਕ ਤਿਆਰੀ ਕਰ ਲੈਣ। ਆਉਂਦੇ ਮੰਗਲਵਾਰ ਤੋਂ ਉਹਨਾਂ ਵਾਸਤੇ ਦਰਵਾਜ਼ੇ ਖੁੱਲ ਰਹੇ ਨੇ। ਸ਼ਰਤ ਸਿਰਫ ਇੰਨੀ ਹੋਵੇਗੀ ਕਿ ਉਹਨਾਂ ਨੇ ਕੈਨੇਡਾ ਵਿੱਚ ਮਾਨਤਾ ਪ੍ਰਾਪਤ ਕੋਰੋਨਾ ਵੈਕਸੀਨ ਦੇ ਦੋਵੇਂ ਟੀਕੇ ਲਗਵਾਏ ਹੋਣ ਅਤੇ ਦੂਜੀ ਡੋਜ਼ ਘੱਟੋ-ਘੱਟ 15 ਦਿਨ ਪਹਿਲਾਂ ਲੱਗੀ ਹੋਵੇ। ਵਿਦੇਸ਼ੀ ਨਾਗਰਿਕਾਂ ਨੂੰ 14 ਦਿਨ ਦੇ ਕੁਆਰੰਟਾਈਨ ਤੋਂ ਵੀ ਛੋਟ ਦਿੱਤੀ ਜਾਵੇਗੀ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਸ਼ੁੱਕਰਵਾਰ ਨੂੰ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਕਿ ਮਹਾਮਾਰੀ ਦੀ ਚੌਥੀ ਲਹਿਰ ਦੇ ਬਾਵਜੂਦ ਵਿਦੇਸ਼ੀ ਨਾਗਰਿਕਾਂ ਲਈ ਦਰਵਾਜ਼ੇ ਖੋਲ੍ਹਣ ਦੀ ਯੋਜਨਾ ਨੂੰ 7 ਸਤੰਬਰ ਤੋਂ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ। ਲਿਬਰਲ ਆਗੂ ਜਸਟਿਨ ਟਰੂਡੋ ਨੇ ਕਿਹਾ ਕਿ ਮੁੜ ਸੱਤਾ ਵਿੱਚ ਆਉਣ ਤੇ ਕੌਮਾਂਤਰੀ ਸਫ਼ਰ ਲਈ ਵੈਕਸੀਨ ਪਾਸਪੋਰਟ ਲਾਗੂ ਕੀਤੇ ਜਾਣਗੇ ਅਤੇ ਇਸ ਤਹਿਤ ਮੁੱਢਲੇ ਤੌਰ ਤੇ ਸੂਬਾ ਸਰਕਾਰਾਂ ਵੱਲੋਂ ਲਿਆਂਦੇ ਵੈਕਸੀਨ ਪਾਸਪੋਰਟ ਨੂੰ ਪ੍ਰਵਾਨ ਕੀਤਾ ਜਾਵੇਗਾ। ਫੈਡਰਲ ਵੈਕਸੀਨ ਪਾਸਪੋਰਟ ਬਾਰੇ ਪੁੱਛੇ ਜਾਣ ਤੇ ਉਹਨਾਂ ਨੇ ਕਿਹਾ ਕਿ ਕਿਸੇ ਵੀ ਕੌਮੀ ਯੋਜਨਾ ਨੂੰ ਲਾਗੂ ਕਰਨ ਲਈ ਸੂਬਾ ਸਰਕਾਰ ਦੀ ਸ਼ਮੂਲੀਅਤ ਲਾਜ਼ਮੀ ਹੈ। ਆਸਟ੍ਰੇਲੀਆਈ ਸਰਕਾਰ ਵੱਲੋਂ ਆਪਣੇ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਲਈ ਅੰਤਰਰਾਸ਼ਟਰੀ ਯਾਤਰਾ ਪਾਬੰਦੀ ਨੂੰ 3 ਮਹੀਨਿਆਂ 17 ਦਸੰਬਰ ਤੱਕ ਲਈ ਵਧਾ ਦਿੱਤਾ ਗਿਆ। ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ ਬੀਤੇ ਸਾਲ 18 ਮਾਰਚ 2020 ਤੋਂ ਲਾਗੂ ਨੇ, ਜਿਸ ਦੀ ਮਿਆਦ 17 ਸਤੰਬਰ ਨੂੰ ਖਤਮ ਹੋਣੀ ਸੀ, ਪਰ ਹੁਣ ਵਾਧਾ ਕਰਦਿਆਂ 17 ਦਸੰਬਰ 2021 ਤੱਕ ਇਹ ਪਾਬੰਦੀਆਂ ਲਾਗੂ ਰਹਿਣਗੀਆਂ। ਆਸਟ੍ਰੇਲੀਆਈ ਨਾਗਰਿਕ ਅਤੇ ਸਥਾਈ ਨਿਵਾਸੀ ਆਸਟ੍ਰੇਲੀਅਨ ਬਾਰਡਰ ਫੋਰਸ ਤੋਂ ਵਿਸ਼ੇਸ਼ ਇਜਾਜ਼ਤ ਲੈ ਕੇ ਹੀ ਯਾਤਰਾ ਕਰ ਸਕਦੇ ਨੇ। ਸੰਘੀ ਸਰਕਾਰ ਦੇ ਸਿਹਤ ਮੰਤਰੀ ਗ੍ਰੇਗ ਹੰਟ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਗਿਆ ਹੈ ਕਿ ਗਵਰਨਰ ਜਨਰਲ ਡੇਵਿਡ ਹਰਲੀ ਦੁਆਰਾ ਘੋਸ਼ਿਤ ਕੀਤੇ ਗਏ ਵਿਸਥਾਰ ਦੀ ਜਾਣਕਾਰੀ ਆਸਟ੍ਰੇਲੀਅਨ ਹੈਲਥ ਪ੍ਰੋਟੈਕਸ਼ਨ ਪ੍ਰਿੰਸੀਪਲ ਕਮੇਟੀ ਅਤੇ ਰਾਸ਼ਟਰਮੰਡਲ ਦੇ ਮੁੱਖ ਮੈਡੀਕਲ ਅਫਸਰ ਦੁਆਰਾ ਮੁਹੱਈਆ ਕੀਤੀ ਗਈ ਮਾਹਰ ਡਾਕਟਰਾਂ ਅਤੇ ਮਹਾਮਾਰੀ ਵਿਗਿਆਨਕ ਸਲਾਹਕਾਰ ਦੁਆਰਾ ਦਿੱਤੀ ਗਈ ਤਜਵੀਜ਼ ਤੇ ਆਧਾਰਿਤ ਹੈ। ਫੈਸਲੇ ਦੀ ਘੋਸ਼ਣਾ ਕਰਦਿਆਂ ਸ੍ਰੀ ਹੰਟ ਨੇ ਕਿਹਾ ਕਿ ਵਿਸ਼ਵ ਵਿਆਪੀ ਕੋਵਿਡ-19 ਸਥਿਤੀ ਦੇ ਜਵਾਬ ਵਿੱਚ ਬਾਇਓਸਿਕਿਉਰਿਟੀ ਸੁਰੱਖਿਆ ਦੀ ਮਿਆਦ ਵਧਾ ਦਿੱਤੀ ਗਈ ਹੈ, ਜੋ ਕਿ ਜਨਤਕ ਸਿਹਤ ਲਈ ਖਤਰਾ ਬਣਿਆ ਹੋਇਆ ਹੈ। ਸਰਕਾਰ ਦੁਆਰਾ ਕੋਵਿਡ-19 ਦੀ ਰੋਕਥਾਮ ਅਤੇ ਨਿਯੰਤਰਣ ਲਈ ਲੋੜੀਂਦੇ ਉਪਾਅ ਨੇ, ਜਿਵੇਂ ਅੰਤਰਰਾਸ਼ਟਰੀ ਉਡਾਣਾਂ ਲਈ ਰਵਾਨਗੀ ਤੋਂ ਪਹਿਲਾਂ ਜ਼ਰੂਰੀ ਚੈੱਕਅਪ ਅਤੇ ਮਾਸਕ ਪਹਿਨਣਾ, ਆਸਟ੍ਰੇਲੀਆ ਦੇ ਸਮੁੰਦਰੀ ਖੇਤਰ ਦੇ ਅੰਦਰ ਸਮੁੰਦਰੀ ਜਹਾਜ਼ਾਂ ਦੇ ਦਾਖਲੇ ਤੇ ਪਾਬੰਦੀਆਂ, ਆਸਟ੍ਰੇਲੀਆਈ ਨਾਗਰਿਕਾਂ ਤੇ ਸਥਾਈ ਨਿਵਾਸੀਆਂ ਦੇ ਬਾਹਰ ਜਾਣ ਵਾਲੀਆਂ ਅੰਤਰਰਾਸ਼ਟਰੀ ਉਡਾਣਾਂ ਤੇ ਪਾਬੰਦੀਆਂ, ਅੰਤਰਰਾਸ਼ਟਰੀ ਹਵਾਈ ਅੱਡਿਆਂ ਤੇ ਪ੍ਰਚੂਨ ਦੁਕਾਨਾਂ ਤੇ ਵਪਾਰ ਤੇ ਪਾਬੰਦੀਆਂ ਆਦਿ ਸ਼ਾਮਲ ਨੇ। ਜੁਲਾਈ ਵਿੱਚ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਮੌਜੂਦਾ ਪਾਬੰਦੀਆਂ ਤੋਂ ਬਾਹਰ ਨਿਕਲਣ ਲਈ 4 ਪੜਾਵੀ ਰਾਸ਼ਟਰੀ ਯੋਜਨਾ ਦੇ ਨਾਲ ਢਿੱਲ ਦੇਣ ਦੀ ਉਮੀਦ ਰੱਖੀ ਗਈ ਹੈ, ਜਿਸ ਵਿੱਚ ਆਪਣੀਆਂ ਅੰਤਰਰਾਸ਼ਟਰੀ ਸਰਹੱਦਾਂ ਨੂੰ ਮੁੜ ਖੋਲ੍ਹਣ ਲਈ 80% ਬਾਲਗਾਂ ਨੂੰ ਪੂਰੀ ਤਰ੍ਹਾਂ ਟੀਕਾ ਲਗਵਾਉਣ ਦਾ ਟੀਚਾ ਰੱਖਿਆ ਗਿਆ। ਹਾਲਾਂਕਿ ਇਸ ਬਾਰੇ ਕੋਈ ਸਮਾਂ ਸੀਮਾ ਨਿਰਧਾਰਤ ਨਹੀਂ ਕੀਤੀ ਗਈ। ਯੋਜਨਾ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਟੀਕੇ ਦੇ ਟੀਚੇ ਪ੍ਰਾਪਤ ਹੋਣ ਤੱਕ ਸਰਹੱਦਾਂ ਬਹੁਤ ਹੱਦ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ, ਪਰ ਸਿੰਗਾਪੁਰ, ਨਿਊਜ਼ੀਲੈਂਡ ਅਤੇ ਪ੍ਰਸ਼ਾਂਤ ਸਮੇਤ ਘੱਟ ਜੋਖਮ ਵਾਲੇ ਪ੍ਰਸਤਾਵਿਤ ਦੇਸ਼ਾਂ ਦੀ ਸੀਮਤ ਯਾਤਰਾ ਦੀ ਆਗਿਆ ਦਿੱਤੀ ਜਾ ਸਕਦੀ ਹੈ। ਫਿਲਪਾਈਨ ਨੇ ਭਾਰਤ ਅਤੇ 9 ਹੋਰ ਦੇਸ਼ਾਂ ਤੇ ਲਗਾਈ ਯਾਤਰਾ ਦੀ ਪਾਬੰਦੀ ਨੂੰ ਸ਼ਨੀਚਰਵਾਰ ਨੂੰ ਹਟਾ ਦਿੱਤਾ। ਰਾਸ਼ਟਰਪਤੀ ਭਵਨ ਨੇ ਇਸ ਦਾ ਐਲਾਨ ਕੀਤਾ। ਇਹ ਐਲਾਨ ਉਸ ਸਮੇਂ ਦੌਰਾਨ ਕੀਤਾ ਗਿਆ ਜਦੋਂ ਦੇਸ਼ ਵਿੱਚ ਸ਼ੁੱਕਰਵਾਰ ਨੂੰ ਕੋਰੋਨਾ ਦੇ ਦੂਸਰੀ ਵਾਰ ਸਰਬੋਤਮ ਮਾਮਲੇ ਸਾਹਮਣੇ ਆਏ। ਜਿਨ੍ਹਾਂ ਦੇਸ਼ਾਂ ਤੋਂ ਇਹ ਪਾਬੰਦੀ ਹਟਾਈ ਗਈ ਹੈ ਉਹਨਾਂ ਵਿੱਚ ਪਾਕਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ, ਨੇਪਾਲ, ਸੰਯੁਕਤ ਅਰਬ ਅਮੀਰਾਤ, ਓਮਾਨ, ਥਾਈਲੈਂਡ, ਮਲੇਸ਼ੀਆ ਅਤੇ ਇੰਡੋਨੇਸ਼ੀਆ ਸ਼ਾਮਿਲ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ 11 ਸਤੰਬਰ 2001 ਨੂੰ ਹੋਏ ਅੱਤਵਾਦੀ ਹਮਲੇ ਨਾਲ ਸੰਬੰਧਿਤ ਕੁਝ ਦਸਤਾਵੇਜ਼ ਗੁਪਤ ਸੂਚੀ ਤੋਂ ਹਟਾਉਣ ਦਾ ਨਿਰਦੇਸ਼ ਦਿੱਤਾ। ਸਰਕਾਰ ਦਾ ਇਹ ਫੈਸਲਾ ਉਹਨਾਂ ਪੀੜਤਾਂ ਦੇ ਪਰਿਵਾਰਾਂ ਲਈ ਮਦਦਗਾਰ ਸਾਬਤ ਹੋਵੇਗਾ ਜੋ ਸਾਊਦੀ ਅਰਬ ਦੀ ਸਰਕਾਰ ਦੇ ਖਿਲਾਫ ਆਪਣੇ ਦੋਸ਼ਾਂ ਦੇ ਸੰਬੰਧ ਵਿੱਚ ਲੰਬੇ ਸਮੇਂ ਤੋਂ ਰਿਕਾਰਡ ਦੀ ਮੰਗ ਕਰ ਰਹੇ ਨੇ। ਇਹ ਨਿਰਦੇਸ਼ 11 ਸਤੰਬਰ ਦੇ ਅੱਤਵਾਦੀ ਹਮਲੇ ਦੀ ਘਟਨਾ ਦੇ 20 ਸਾਲ ਪੂਰਾ ਹੋਣ ਤੋਂ ਸਿਰਫ ਇੱਕ ਹਫ਼ਤਾ
ਪਹਿਲਾਂ ਆਇਆ ਹੈ ਅਤੇ ਇਹਨਾਂ ਦਸਤਾਵੇਜ਼ਾਂ ਨੂੰ ਜਨਤਕ ਕਰਨ ਦੀ ਮੰਗ ਨੂੰ ਲੈ ਕੇ ਵਰ੍ਹਿਆਂ ਤੋਂ ਪੀੜਤਾਂ ਦੇ ਪਰਿਵਾਰ ਅਤੇ ਸਰਕਾਰ ਦਰਮਿਆਨ ਟਕਰਾਅ ਚੱਲ ਰਿਹਾ ਸੀ। ਵਾਈਡਾ ਨੇ ਸ਼ੁੱਕਰਵਾਰ ਨੂੰ ਦਸਤਾਵੇਜ਼ਾਂ ਨੂੰ ਗੁਪਤ ਸੂਚੀ ਤੋਂ ਹਟਾਉਣ ਦਾ ਨਿਰਦੇਸ਼ ਦਿੱਤਾ ਅਤੇ ਉਹਨਾਂ ਨੇ ਵਾਅਦਾ ਕੀਤਾ ਕਿ ਉਹਨਾਂ ਦਾ ਪ੍ਰਸ਼ਾਸਨ ਇਸ ਭਾਈਚਾਰੇ ਦੇ ਮੈਂਬਰਾਂ ਦੇ ਨਾਲ ਸਨਮਾਨਪੂਰਵਕ ਜੁੜਨਾ ਜਾਰੀ ਰੱਖੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਦੇ ਅਖੀਰ ਵਿੱਚ ਅਮਰੀਕੀ ਯਾਤਰਾ ਤੇ ਜਾ ਸਕਦੇ ਨੇ। ਉਹ 22 ਤੋਂ 27 ਸਤੰਬਰ ਤੱਕ ਉੱਥੇ ਰਹਿਣਗੇ। ਇਸ ਦੌਰਾਨ ਮੋਦੀ ਵਾਸ਼ਿੰਗਟਨ ਅਤੇ ਨਿਊਯਾਰਕ ਜਾਣਗੇ। ਅਮਰੀਕਾ ਵਿੱਚ ਸੱਤਾ ਤਬਦੀਲੀ ਅਤੇ ਜੋ ਬਾਈਡਨ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਪੀਐਮ ਮੋਦੀ ਦੀ ਇਹ ਪਹਿਲੀ ਅਮਰੀਕਾ ਦੀ ਯਾਤਰਾ ਹੋਵੇਗੀ। ਇਸ ਯਾਤਰਾ ਦੌਰਾਨ ਅਫਗਾਨਿਸਤਾਨ ਮਸਲੇ ਤੋਂ ਇਲਾਵਾ ਅੱਤਵਾਦ ਵਰਗੇ ਮੁੱਦਿਆਂ ਤੇ ਦੋਨਾਂ ਦੇਸ਼ਾਂ ਵਿਚਾਲੇ ਸਹਿਯੋਗ ਤੇ ਵੀ ਚਰਚਾ ਹੋ ਸਕਦੀ ਹੈ। ਪੀਐਮ ਮੋਦੀ 25 ਸਤੰਬਰ ਨੂੰ ਸੰਯੁਕਤ ਰਾਸ਼ਟਰ ਆਮ ਸਭਾ ਨੂੰ ਸੰਬੋਧਿਤ ਕਰ ਸਕਦੇ ਨੇ। ਪ੍ਰਧਾਨ ਮੰਤਰੀ ਦੀ ਯਾਤਰਾ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਕੋਰੋਨਾ ਮਹਾਮਾਰੀ ਤੋਂ ਬਾਅਦ ਪੀਐਮ ਮੋਦੀ ਪਿਛਲੇ ਸਾਲ ਕਿਸੇ ਵਿਦੇਸ਼ੀ ਯਾਤਰਾ ਤੇ ਨਹੀਂ ਗਏ ਸਨ, ਪਰ ਇਸ ਸਾਲ ਮਾਰਚ ਵਿੱਚ ਉਹ 2 ਦਿਨ ਦੀ ਯਾਤਰਾ ਤੇ ਉਦੋਂ ਬੰਗਲਾਦੇਸ਼ ਗਏ ਸਨ, ਜਦੋਂ ਬੰਗਲਾਦੇਸ਼ ਵਿੱਚ ਸ਼ੇਖ ਮੁਜੀਬੁਰ ਰਹਿਮਾਨ ਦੀ ਜਨਮ ਸ਼ਤਾਬਦੀ ਅਤੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਦੀ 50ਵੀਂ ਜਨਮ ਦਿਨ ਮਨਾਈ ਜਾ ਰਹੀ ਸੀ। ਮੋਦੀ ਨੇ 2014 ਵਿੱਚ ਪ੍ਰਧਾਨ ਮੰਤਰੀ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਹੁਣ ਤੱਕ ਕਰੀਬ 60 ਤੋਂ ਜ਼ਿਆਦਾ ਦੇਸ਼ਾਂ ਵਿੱਚ 100 ਤੋਂ ਜ਼ਿਆਦਾ ਵਾਰ ਯਾਤਰਾ ਕੀਤੀ ਹੈ। ਪ੍ਰਧਾਨ ਮੰਤਰੀ ਇਸ ਤੋਂ ਪਹਿਲਾਂ ਸਤੰਬਰ 2019 ਵਿੱਚ ਅਮਰੀਕਾ ਗਏ ਸਨ, ਉਦੋਂ ਉਹ ਹਿਊਸਟਨ ਵੀ ਗਏ ਸਨ। ਮੋਦੀ ਨੇ ਸਾਲ 2014 ਵਿੱਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸਤੰਬਰ 2014 ਵਿੱਚ ਸਭ ਤੋਂ ਪਹਿਲੀ ਵਿਦੇਸ਼ ਯਾਤਰਾ ਵੀ ਅਮਰੀਕਾ ਦੀ ਹੀ ਕੀਤੀ ਸੀ। ਪ੍ਰਧਾਨ ਮੰਤਰੀ ਆਪਣੇ ਵਿਦੇਸ਼ ਯਾਤਰਾਵਾਂ ਦੌਰਾਨ ਉੱਥੇ ਰਹਿੰਦੇ ਭਾਰਤੀਆਂ ਨਾਲ ਮੁਲਾਕਾਤ ਦੇ ਵੱਡੇ ਪ੍ਰੋਗਰਾਮ ਵੀ ਰੱਖਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਦੇ ਅਖੀਰ ਵਿੱਚ ਅਮਰੀਕੀ ਯਾਤਰਾ ਤੇ ਜਾ ਸਕਦੇ ਨੇ। ਉਹ 22 ਤੋਂ 27 ਸਤੰਬਰ ਤੱਕ ਉੱਥੇ ਰਹਿਣਗੇ। ਇਸ ਦੌਰਾਨ ਮੋਦੀ ਵਾਸ਼ਿੰਗਟਨ ਅਤੇ ਨਿਊਯਾਰਕ ਜਾਣਗੇ। ਅਮਰੀਕਾ ਵਿੱਚ ਸੱਤਾ ਤਬਦੀਲੀ ਅਤੇ ਜੋ ਬਾਈਡਨ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਪੀਐਮ ਮੋਦੀ ਦੀ ਇਹ ਪਹਿਲੀ ਅਮਰੀਕਾ ਦੀ ਯਾਤਰਾ ਹੋਵੇਗੀ। ਇਸ ਯਾਤਰਾ ਦੌਰਾਨ ਅਫਗਾਨਿਸਤਾਨ ਮਸਲੇ ਤੋਂ ਇਲਾਵਾ ਅੱਤਵਾਦ ਵਰਗੇ ਮੁੱਦਿਆਂ ਤੇ ਦੋਨਾਂ ਦੇਸ਼ਾਂ ਵਿਚਾਲੇ ਸਹਿਯੋਗ ਤੇ ਵੀ ਚਰਚਾ ਹੋ ਸਕਦੀ ਹੈ। ਪੀਐਮ ਮੋਦੀ 25 ਸਤੰਬਰ ਨੂੰ ਸੰਯੁਕਤ ਰਾਸ਼ਟਰ ਆਮ ਸਭਾ ਨੂੰ ਸੰਬੋਧਿਤ ਕਰ ਸਕਦੇ ਨੇ। ਪ੍ਰਧਾਨ ਮੰਤਰੀ ਦੀ ਯਾਤਰਾ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਕੋਰੋਨਾ ਮਹਾਮਾਰੀ ਤੋਂ ਬਾਅਦ ਪੀਐਮ ਮੋਦੀ ਪਿਛਲੇ ਸਾਲ ਕਿਸੇ ਵਿਦੇਸ਼ੀ ਯਾਤਰਾ ਤੇ ਨਹੀਂ ਗਏ ਸਨ, ਪਰ ਇਸ ਸਾਲ ਮਾਰਚ ਵਿੱਚ ਉਹ 2 ਦਿਨ ਦੀ ਯਾਤਰਾ ਤੇ ਉਦੋਂ ਬੰਗਲਾਦੇਸ਼ ਗਏ ਸਨ, ਜਦੋਂ ਬੰਗਲਾਦੇਸ਼ ਵਿੱਚ ਸ਼ੇਖ ਮੁਜੀਬੁਰ ਰਹਿਮਾਨ ਦੀ ਜਨਮ ਸ਼ਤਾਬਦੀ ਅਤੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਦੀ 50ਵੀਂ ਜਨਮ ਦਿਨ ਮਨਾਈ ਜਾ ਰਹੀ ਸੀ। ਮੋਦੀ ਨੇ 2014 ਵਿੱਚ ਪ੍ਰਧਾਨ ਮੰਤਰੀ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਹੁਣ ਤੱਕ ਕਰੀਬ 60 ਤੋਂ ਜ਼ਿਆਦਾ ਦੇਸ਼ਾਂ ਵਿੱਚ 100 ਤੋਂ ਜ਼ਿਆਦਾ ਵਾਰ ਯਾਤਰਾ ਕੀਤੀ ਹੈ। ਪ੍ਰਧਾਨ ਮੰਤਰੀ ਇਸ ਤੋਂ ਪਹਿਲਾਂ ਸਤੰਬਰ 2019 ਵਿੱਚ ਅਮਰੀਕਾ ਗਏ ਸਨ, ਉਦੋਂ ਉਹ ਹਿਊਸਟਨ ਵੀ ਗਏ ਸਨ। ਮੋਦੀ ਨੇ ਸਾਲ 2014 ਵਿੱਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸਤੰਬਰ 2014 ਵਿੱਚ ਸਭ ਤੋਂ ਪਹਿਲੀ ਵਿਦੇਸ਼ ਯਾਤਰਾ ਵੀ ਅਮਰੀਕਾ ਦੀ ਹੀ ਕੀਤੀ ਸੀ। ਪ੍ਰਧਾਨ ਮੰਤਰੀ ਆਪਣੇ ਵਿਦੇਸ਼ ਯਾਤਰਾਵਾਂ ਦੌਰਾਨ ਉੱਥੇ ਰਹਿੰਦੇ ਭਾਰਤੀਆਂ ਨਾਲ ਮੁਲਾਕਾਤ ਦੇ ਵੱਡੇ ਪ੍ਰੋਗਰਾਮ ਵੀ ਰੱਖਦੇ ਹਨ। ਦੱਖਣੀ ਕੈਲੀਫੋਰਨੀਆ ਤੱਟੀ ਕੰਢੇ ਤੇ ਸਮੁੰਦਰੀ ਸੈਨਾ ਦਾ ਇੱਕ ਹੈਲੀਕਾਪਟਰ ਤਬਾਹ ਹੋ ਗਿਆ, ਜਿਸ ਵਿੱਚ ਸਵਾਰ 5 ਸੈਨਿਕਾਂ ਦੀ ਮੌਤ ਹੋ ਗਈ ਜਦਕਿ ਇੱਕ ਨੂੰ ਬਚਾ ਲਿਆ ਗਿਆ। ਸਮੁੰਦਰੀ ਸੈਨਾ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਬਚਾਅ ਕਾਰਜਾਂ ਉਪਰੰਤ ਲਾਪਤਾ ਸੈਨਿਕਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਬਿਆਨ ਅਨੁਸਾਰ ਮ੍ਰਿਤਕ ਸੈਨਿਕਾਂ ਦੇ ਨਾਂ ਪੀੜਤ ਪਰਿਵਾਰਾਂ ਨੂੰ ਸੂਚਿਤ ਕਰਨ ਤੋਂ ਪਹਿਲਾਂ ਜਾਰੀ ਨਹੀਂ ਕੀਤੇ ਜਾਣਗੇ। ਬਚਾਏ ਗਏ ਸੈਨਿਕਾਂ ਦਾ ਸੈਨ ਡਾਇਗੋ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ, ਜਿੱਥੇ ਉਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। MH-60S ਹੈਲੀਕਾਪਟਰ USS ਇਬਰਾਹਿਮ ਲਿੰਕਨ ਬੇੜੇ ਉੱਪਰ ਤਬਾਹ ਹੋਇਆ, ਜਿਸ ਕਾਰਨ ਬੇੜੇ ਉੱਪਰ ਤਾਇਨਾਤ 5 ਜਵਾਨ ਜ਼ਖਮੀ ਵੀ ਹੋਏ। ਇਹਨਾਂ ਵਿੱਚੋਂ 2 ਨੂੰ ਸੈਨ ਡਾਇਗੋ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਦਕਿ 3 ਦੇ ਮਾਮੂਲੀ ਜ਼ਖਮ ਹਨ, ਜਿਨ੍ਹਾਂ ਦੀ ਹਾਦਸੇ ਵਾਲੇ ਸਥਾਨ ਤੇ ਮਰਹਮ ਪੱਟੀ ਕਰ ਦਿੱਤੀ ਗਈ। ਇੱਥੇ ਜ਼ਿਕਰਯੋਗ ਹੈ ਕਿ ਸਮੁੰਦਰੀ ਫੌਜ ਦਾ ਇਹ ਹੈਲੀਕਾਪਟਰ 72 ਘੰਟੇ ਪਹਿਲਾਂ ਤਬਾਹ ਹੋਇਆ ਸੀ ਤੇ ਉਸ ਉਪਰੰਤ ਨਿਰੰਤਰ ਚੱਲ ਰਹੀ ਬਚਾਅ ਕਾਰਵਾਈ ਤੋਂ ਬਾਅਦ ਸੈਨਿਕਾਂ ਦੇ ਮਾਰੇ ਜਾਣ ਦਾ ਖੁਲਾਸਾ ਕੀਤਾ ਗਿਆ। ਇਸ ਬਚਾਅ ਕਾਰਵਾਈ ਵਿੱਚ 5 ਹੈਲੀਕਾਪਟਰ ਲਾਏ ਗਏ ਸਨ। ਸਮੁੰਦਰੀ ਫੌਜ ਨੇ ਹਾਦਸੇ ਦਾ ਕਾਰਨਾਂ ਬਾਰੇ ਕੁਝ ਨਹੀਂ ਦੱਸਿਆ ਤੇ ਕੇਵਲ ਇੰਨਾ ਹੀ ਕਿਹਾ ਕਿ ਹਾਦਸੇ ਦੀ ਜਾਂਚ ਕੀਤੀ ਜਾ ਰਹੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ MH-60 ਹੈਲੀਕਾਪਟਰ ਵਿੱਚ ਆਮ ਤੌਰ ਤੇ 4 ਅਮਲੇ ਦੇ ਮੈਂਬਰ ਸਵਾਰ ਹੁੰਦੇ ਨੇ ਤੇ ਇਸ ਹੈਲੀਕਾਪਟਰ ਦੀ ਵਰਤੋਂ ਯੁੱਧ ਦੌਰਾਨ ਫੌਜ ਦੀ ਸਹਾਇਤਾ ਕਰਨ, ਸੰਕਟ ਦੌਰਾਨ ਮਾਨਵੀ ਰਾਹਤ ਪਹੁੰਚਾਉਣ ਤੇ ਬਚਾਅ ਤੇ ਰਾਹਤ ਕਾਰਜਾਂ ਲਈ ਕੀਤੀ ਜਾਂਦੀ ਹੈ। ਅਫਗਾਨਿਸਤਾਨ ਦੇ ਉੱਤਰੀ ਪੂਰਬੀ ਸੂਬੇ ਦੇ 5 ਸ਼ੀਰ ਤੋਂ ਸ਼ਨੀਵਾਰ ਨੂੰ ਆਪਸ ਵਿੱਚ ਵਿਰੋਧੀ ਖਬਰਾਂ ਦੇ ਵਿੱਚ ਤਾਲਿਬਾਨ ਸਮੂਹ ਅਤੇ ਵਿਰੋਧੀ ਬਲਾਂ ਵਿਚਾਲੇ ਭਿਆਨਕ ਲੜਾਈ ਜਾਰੀ ਹੈ। ਵਿਰੋਧੀ ਬਲਾਂ ਦਾ ਦਾਅਵਾ ਹੈ ਕਿ ਅੱਜ ਦੀ ਲੜਾਈ ਵਿੱਚ ਕਰੀਬ 700 ਤਾਲਿਬਾਨੀ ਮਾਰੇ ਗਏ ਅਤੇ 600 ਹੋਰਾਂ ਨੂੰ ਕੈਦ ਕਰ ਲਿਆ ਗਿਆ।
ਪੰਜਸ਼ੀਰ ਵਿਰੋਧੀ ਸਮੂਹਾਂ ਦੇ ਸੋਸ਼ਲ ਮੀਡੀਆ ਅਕਾਊਂਟ ਦੇ ਅਨੁਸਾਰ ਤਾਲਿਬਾਨ ਫੌਜ ਭਾਰੀ ਨੁਕਸਾਨ ਚੱਲਣ ਤੋਂ ਬਾਅਦ ਸੂਬੇ ਤੋਂ ਭੱਜ ਰਹੀ ਸੀ। ਪੰਜਸ਼ੀਰ ਸੂਬੇ ਵਿੱਚ ਵਿਰੋਧੀ ਬਲਾਂ ਦੀ ਅਗਵਾਈ ਕਰ ਰਹੇ ਅਹਿਮਦ ਮਸੂਦ ਨੇ ਇੱਕ ਆਡੀਓ ਮੈਸੇਜ ਵਿੱਚ ਕਿਹਾ ਕਿ 700 ਤੋਂ ਜ਼ਿਆਦਾ ਤਾਲਿਬਾਨੀ ਮਾਰੇ ਗਏ ਅਤੇ 600 ਹੋਰ ਫੱਟੜ ਫੜੇ ਗਏ ਅਤੇ ਕੈਦ ਕੀਤੇ ਗਏ, ਜਦੋਂ ਕਿ ਬਾਕੀ ਭੱਜਣ ਦੀ ਕੋਸ਼ਿਸ਼ ਕਰ ਰਹੇ ਹਨ। ਮਸੂਦ ਨੇ ਮੈਸੇਜ ਵਿੱਚ ਕਿਹਾ, ਅਸੀਂ ਫਰੰਟ ਲਾਈਨ ਵਿੱਚ ਹਾਂ, ਸਭ ਕੁਝ ਯੋਜਨਾਬੰਦ ਸੀ, ਅਸੀਂ ਪੂਰੇ ਸੂਬੇ ਨੂੰ ਕੰਟਰੋਲ ਕਰਦੇ ਹਾਂ। ਤਾਲਿਬਾਨ ਨੇ ਬੰਦੂਕ ਦੇ ਜ਼ੋਰ ਤੇ ਅਫਗਾਨਿਸਤਾਨ ਤੇ ਕਬਜ਼ਾ ਤਾਂ ਕਰ ਲਿਆ, ਪਰ ਹੁਣ ਸਰਕਾਰ ਨਹੀਂ ਬਣਾ ਪਾ ਰਿਹਾ। ਤਾਜ਼ਾ ਖਬਰ ਇਹ ਹੈ ਕਿ ਸੱਤਾ ਨੂੰ ਲੈ ਕੇ ਹੁਣ ਤਾਲਿਬਾਨ ਅਤੇ ਹਕਾਨੀ ਨੈਟਵਰਕ ਵਿਚਕਾਰ ਸੰਘਰਸ਼ ਸ਼ੁਰੂ ਹੋ ਗਿਆ। ਅਫਗਾਨਿਸਤਾਨ ਦੇ ਅਖਬਾਰ ਪੰਜਸ਼ੀਰ ਆਬਜ਼ਰਵਰ ਦੀ ਰਿਪੋਰਟ ਅਨੁਸਾਰ ਦੋਵਾਂ ਗੁੱਟਾਂ ਵਿੱਚ ਗੋਲੀਬਾਰੀ ਹੋਣ ਲੱਗੀ ਹੈ। ਅਜਿਹੇ ਵਿੱਚ ਇੱਕ ਘਟਨਾਕ੍ਰਮ ਵਿੱਚ ਤਾਲਿਬਾਨ ਦਾ ਕੋ-ਫਾਊਂਡਰ ਮੁੱਲਾ ਬਾਰਦਰ ਜ਼ਖਮੀ ਹੋ ਗਿਆ। ਹਾਲਾਂਕਿ ਸੱਤਾ ਲਈ ਖੂਨੀ ਸੰਘਰਸ਼ ਦੀ ਕਿਤੇ ਪੁਸ਼ਟੀ ਨਹੀਂ ਹੋਈ ਹੈ। ਦੱਸਦੇ ਹੈ ਕਿ ਮੁੱਲਾ ਬਾਰਦਰ ਚਾਹੁੰਦਾ ਹੈ ਕਿ ਉਹ ਸਾਰੇ ਪੱਖਾਂ ਨੂੰ ਸ਼ਾਮਲ ਕਰਦੇ ਹੋਏ ਸਰਕਾਰ ਦਾ ਗਠਨ ਕਰੇ, ਪਰ ਹਕਾਨੀ ਨੈਟਵਰਕ ਅਜਿਹੀ ਕਿਸੇ ਸਾਂਝੇਦਾਰੀ ਖਿਲਾਫ ਹੈ। ਸਿਰਾਜੁਦੀਨ ਦੀ ਅਗਵਾਈ ਵਿੱਚ ਹਕਾਨੀ ਅਤੇ ਉਸਦਾ ਅੱਤਵਾਦੀ ਸਮੂਹ ਕਿਸੇ ਨਾਲ ਸੱਤਾ ਸਾਂਝੀ ਨਹੀਂ ਕਰਨਾ ਚਾਹੁੰਦਾ। ਕਿਹਾ ਜਾ ਰਿਹਾ ਹੈ ਕਿ ਹਕਾਨੀ ਨੂੰ ਪਾਕਿਸਤਾਨ ਦਾ ਮੌਨ ਸਮਰਥਨ ਹਾਸਿਲ ਹੈ। ਹਕਾਨੀ ਇਸਲਾਮਿਕ ਨਿਯਮਾਂ ਤੇ ਆਧਾਰਿਤ ਇੱਕ ਸ਼ੁੱਧ ਤਾਲਿਬਾਨ ਸਰਕਾਰ ਦੇ ਪੱਖ ਵਿੱਚ ਹੈ। ਤਾਲਿਬਾਨ ਅਤੇ ਹਕਾਨੀ ਨੈਟਵਰਕ ਦੀ ਇਸ ਖਿੱਚੋਤਾਣ ਕਾਰਨ ਅਫਗਾਨਿਸਤਾਨ ਵਿੱਚ ਸਰਕਾਰ ਨਹੀਂ ਬਣ ਪਾ ਰਹੀ। ਤਾਲਿਬਾਨ ਅਤੇ ਮੁੱਲਾ ਬਰਾਦਰ ਲਈ ਮੁਸ਼ਕਿਲ ਹੈ, ਕਿਉਂਕਿ ਦੋਹਾਂ ਚੋਣਾਂ ਨੇ ਜਿਨ੍ਹਾਂ ਦੇਸ਼ਾਂ ਨਾਲ ਵਾਰਤਾ ਕੀਤੀ ਹੈ ਉਹਨਾਂ ਨੂੰ ਇਹੀ ਕਿਹਾ ਗਿਆ ਹੈ ਕਿ ਉਹ ਸਾਰੇ ਪੱਖਾਂ ਨੂੰ ਮਿਲਾ ਕੇ ਸਰਕਾਰ ਬਣਾਉਣਗੇ। ਅੱਜ ਕੈਨੇਡਾ ਦੀਆਂ ਹਿੰਦੂ ਜਥੇਬੰਦੀਆਂ ਵੱਲੋਂ ਹਿੰਦੂ ਫੋਰਮ ਕੈਨੇਡਾ ਦੇ ਸੱਦੇ ਤੇ ਕੈਨੇਡਾ ਦੀ ਮੰਨੀ ਪ੍ਰਮੰਨੀ ਟੋਰਾਂਟੋ ਯੂਨੀਵਰਸਿਟੀ ਦੇ ਅੱਗੇ ਭਾਰੀ ਮੁਜ਼ਾਹਰਾ ਕੀਤਾ ਗਿਆ। ਇਸ ਮੁਜ਼ਾਹਰੇ ਵਿੱਚ ਟੋਰਾਂਟੋ ਯੂਨੀਵਰਸਿਟੀਆਂ ਨੂੰ ਹਿੰਦੂਆਂ ਦੀਆਂ ਭਾਵਨਾਵਾਂ ਨਾਲ ਨਾ ਖੇਡਣ ਲਈ ਕਿਹਾ ਗਿਆ। ਇਹ ਵਿਰੋਧ ਡਿਸਮੈਂਟਲਿੰਗ ਗਲੋਬਲ ਹਿੰਦੂਤਵ ਆਨਲਾਈਨ ਕਾਨਫਰੰਸ ਨੂੰ ਟੋਰਾਂਟੋ ਯੂਨੀਵਰਸਿਟੀ ਵੱਲੋਂ ਪੂਰੀ ਹਮਾਇਤ ਦੇਣ ਕਾਰਨ ਕੀਤਾ ਗਿਆ। ਡਿਸਮੈਂਟਲਿੰਗ ਗਲੋਬਲ ਹਿੰਦੂਤਵ ਇੱਕ ਆਨਲਾਈਨ ਕਾਨਫਰੰਸ ਹੈ ਜੋ 10-12 ਸਤੰਬਰ ਤੱਕ ਆਨਲਾਈਨ ਹੋਵੇਗੀ, ਜਿਸ ਨੂੰ ਦੁਨੀਆ ਭਰ ਦੇ ਬੁੱਧੀਜੀਵੀ ਅਤੇ ਕਲਾਕਾਰ ਵੀ ਸੰਬੋਧਨ ਕਰਨਗੇ। ਇਸ ਕਾਨਫਰੰਸ ਨੂੰ ਨਾਰਥ ਅਮਰੀਕਾ ਦੀਆਂ 45 ਤੋਂ ਵੱਧ ਯੂਨੀਵਰਸਿਟੀਆਂ ਦੀ ਹਮਾਇਤ ਵੀ ਮਿਲੀ ਹੈ, ਜਿਸ ਵਿੱਚ ਟੋਰਾਂਟੋ ਯੂਨੀਵਰਸਿਟੀ ਵੀ ਸ਼ਾਮਲ ਹੈ। ਇਸ ਕਾਨਫਰੰਸ ਨੂੰ ਹਿੰਦੂਆਂ ਤੇ ਹਮਲਾ ਕਰਾਰ ਦਿੰਦਿਆਂ ਕੈਨੇਡੀਅਨ ਹਿੰਦੂ ਜਥੇਬੰਦੀਆਂ ਨੇ ਇਸ ਦਾ ਸਖਤ ਵਿਰੋਧ ਕੀਤਾ। ਜਥੇਬੰਦੀਆਂ ਦੇ ਮੁੱਖ ਬੁਲਾਰਿਆਂ ਨੇ ਇਹ ਵੀ ਕਿਹਾ ਕਿ ਟੋਰਾਂਟੋ ਯੂਨੀਵਰਸਿਟੀ ਕੈਨੇਡੀਅਨ ਟੈਕਸਪੇਅਰ ਡਾਲਰਾਂ ਨੂੰ ਹਿੰਦੂਆਂ ਦੇ ਖਿਲਾਫ ਵਰਤ ਰਹੀ ਹੈ। ਹਿੰਦੂ ਫੋਰਮ ਕੈਨੇਡਾ ਨੇ ਦੱਸਿਆ ਕਿ ਕੈਨੇਡੀਅਨ ਹਿੰਦੂ ਇਹੋ ਜਿਹੀਆਂ ਕਾਨਫਰੰਸਾਂ ਨੂੰ ਬਰਦਾਸ਼ਤ ਨਹੀਂ ਕਰਨਗੇ। ਮੁਜ਼ਾਹਰਾਕਾਰੀ ਹੱਥਾਂ ਵਿੱਚ ਤਖਤੀਆਂ ਲੈ ਕੇ ਟੋਰਾਂਟੋ ਯੂਨੀਵਰਸਿਟੀ ਦੇ ਬਾਹਰ ਇਕੱਠੇ ਹੋਏ ਸਨ। ਵੈਕਸੀਨ ਪਾਸਪੋਰਟ ਦਾ ਨਿਯਮ ਕੁਝ ਕੈਨੇਡਾ ਵਾਸੀਆਂ ਨੂੰ ਬਿਲਕੁਲ ਪਸੰਦ ਨਹੀਂ ਆ ਰਿਹਾ ਅਤੇ ਉਹਨਾਂ ਵੱਲੋਂ ਮੁਲਕ ਵਿੱਚ ਵੱਖ-ਵੱਖ ਥਾਵਾਂ ਤੇ ਰੋਸ ਵਿਖਾਵਿਆਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ। ਮਾਮਲਾ ਰੋਸ ਵਿਖਾਵਿਆਂ ਤੱਕ ਸੀਮਤ ਨਹੀਂ। ਮੁਜ਼ਾਹਰਾਕਾਰੀਆਂ ਵੱਲੋਂ ਸਿਹਤ ਕਾਮਿਆਂ ਉੱਪਰ ਹਮਲੇ ਕਰਨ ਦੀਆਂ ਰਿਪੋਰਟਾਂ ਆ ਰਹੀਆਂ ਨੇ, ਜਦਕਿ ਸਿਆਸਤਦਾਨਾਂ ਨੂੰ ਵੀ ਘੇਰਿਆ ਜਾ ਰਿਹਾ ਹੈ। ਵੈਨਕੂਵਰ ਵਿਖੇ ਹਸਪਤਾਲ ਦੇ ਬਾਹਰ ਵੈਕਸੀਨੇਸ਼ਨ ਦਾ ਵਿਰੋਧ ਕਰਨ ਵਾਲਿਆਂ ਨੇ ਡਾਕਟਰਾਂ, ਨਰਸਾਂ ਅਤੇ ਹੋਰ ਸਿਹਤ ਕਾਮਿਆਂ ਉੱਪਰ ਹਮਲੇ ਕੀਤੇ ਤੇ ਐਂਬੂਲੈਂਸਾਂ ਦੀ ਆਵਾਜਾਈ ਵਿੱਚ ਅੜਿੱਕੇ ਡਾਹੇ। ਮਰੀਜ਼ਾਂ ਨੂੰ ਹਸਪਤਾਲ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆ ਅਤੇ ਪਹਿਲਾਂ ਤੋਂ ਦਾਖਲ ਮਰੀਜ਼ਾਂ ਨੂੰ ਪਰੇਸ਼ਾਨ ਕੀਤਾ ਗਿਆ। ਵੈਨਕੂਵਰ ਦੇ ਮੇਅਰ ਕੈਨੇਡੀ ਸਟੀਵਰਟ ਵੱਲੋਂ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਪੀਸੀ ਦੇ ਕੈਮਲੂਪਸ, ਵਿਕਟੋਰੀਆ, ਕੈਲੋਨਾ ਅਤੇ ਪ੍ਰਿੰਸ ਜਾਰਜ ਇਲਾਕਿਆਂ ਵਿੱਚ ਵੀ ਰੋਸ ਵਿਖਾਵੇ ਹੋਣ ਦੀਆਂ ਰਿਪੋਰਟਾਂ ਹਨ। ਅਮਰੀਕਾ ਵਿੱਚ ਤੂਫਾਨ ਇਡਾ ਨੇ ਤਬਾਹੀ ਮਚਾਈ ਹੋਈ ਹੈ। ਤੂਫਾਨ ਕਾਰਨ ਆਏ ਭਿਆਨਕ ਹੜ੍ਹ ਵਿੱਚ ਨਿਊਯਾਰਕ ਵਿੱਚ ਭਾਰਤੀ ਮੂਲ ਦੇ 4 ਲੋਕ ਅਤੇ 3 ਲੋਕਾਂ ਦੇ ਇੱਕ ਨੇਪਾਲੀ ਪਰਿਵਾਰ ਦੀ ਮੌਤ ਹੋ ਗਈ। ਸਤੰਬਰ ਨੂੰ ਨਿਊਯਾਰਕ ਸਿਟੀ ਵਿੱਚ ਉਹਨਾਂ ਦੇ ਬੇਸਮੈਂਟ ਫਲੈਟ ਵਿੱਚ ਪਾਣੀ ਭਰ ਗਿਆ ਸੀ, ਜਿਸ ਕਾਰਨ 43 ਸਾਲਾ ਫਾਮਤੀ ਰਾਮਸਕ੍ਰਿਟ ਅਤੇ 22 ਸਾਲਾ ਉਹਨਾਂ ਦਾ ਬੇਟਾ ਕ੍ਰਿਸ਼ਾਰ ਡੁੱਬ ਗਏ। 48 ਸਾਲਾ ਮਿੰਗਮ ਸ਼ੇਰਪਾ, 52 ਸਾਲਾ ਆਂਗ ਗੇਲੂ ਲਾਮਾ ਅਤੇ ਉਹਨਾਂ ਦਾ ਛੋਟਾ ਬੇਟਾ ਲੋਮਸਾਂਗ ਲਾਮਾ ਵੀ ਡੁੱਬ ਗਏ। ਜਦੋਂ ਸ਼ਹਿਰ ਵਿੱਚ ਰਿਕਾਰਡ ਤੋੜ ਮੀਂਹ ਪੈਣ ਮਗਰੋਂ ਬੇਸਮੈਂਟ ਪਾਣੀ ਵਿੱਚ ਪੂਰੀ ਤਰ੍ਹਾਂ ਡੁੱਬ ਗਿਆ। ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਸਰਕਾਰ ਗਠਨ ਤੋਂ ਪਹਿਲਾਂ ਤਾਲਿਬਾਨੀ ਬੁਲਾਰੇ ਸੁਹੈਲ ਸ਼ਾਹੀਨ ਨੇ ਸੰਸਕ੍ਰਿਤੀ ਨੂੰ ਲੈ ਕੇ ਅਮਰੀਕਾ ਨੂੰ ਚੇਤਾਵਨੀ ਦਿੱਤੀ ਹੈ। ਉਹਨਾਂ ਨੇ ਔਰਤਾਂ ਦੇ ਹਿਜਾਬ ਪਾਉਣ ਸੰਬੰਧੀ ਪੱਛਮ ਦੇ ਨਜ਼ਰੀਏ ਦਾ ਸਖਤ ਵਿਰੋਧ ਕੀਤਾ। ਤਾਲਿਬਾਨ ਬੁਲਾਰੇ ਨੇ ਕਿਹਾ ਕਿ ਸਾਡੀ ਸੰਸਕ੍ਰਿਤੀ ਵਿੱਚ ਅਮਰੀਕਾ ਅਤੇ ਪੱਛਮੀ ਦੇਸ਼ ਦਖਲ ਨਾ ਦੇਣ। ਤਾਲਿਬਾਨ ਦੇ ਇਸ ਬਿਆਨ ਤੋਂ ਬਾਅਦ ਅਫਗਾਨਿਸਤਾਨ ਵਿੱਚ ਔਰਤਾਂ ਦੇ ਅਧਿਕਾਰਾਂ ਸੰਬੰਧੀ ਕੌਮਾਂਤਰੀ ਭਾਈਚਾਰੇ ਦੀਆਂ ਚਿੰਤਾਵਾਂ ਵੱਧ ਗਈਆਂ ਨੇ। ਤਾਲਿਬਾਨ ਬੁਲਾਰੇ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਔਰਤਾਂ ਦੇ ਅਧਿਕਾਰ ਤੇ ਉਹਨਾਂ ਦੀ ਸੁਰੱਖਿਆ ਸੰਬੰਧੀ ਦੁਨੀਆ ਦੀ ਚਿੰਤਾ ਇਸ
ਲਈ ਹੈ ਕਿਉਂਕਿ ਪਹਿਲਾਂ ਦੇ ਸ਼ਾਸਨ ਦੀਆਂ ਯਾਦਾਂ ਲੋਕਾਂ ਦੇ ਜ਼ਿਹਨ ਵਿੱਚ ਵਾਕੀ ਨੇ। ਤਾਲਿਬਾਨ ਬੁਲਾਰੇ ਨੇ ਕਿਹਾ ਕਿ ਔਰਤਾਂ ਦੇ ਹੱਕ ਨੂੰ ਲੈ ਕੇ ਕੋਈ ਦਿੱਕਤ ਨਹੀਂ ਹੋਵੇਗੀ। ਅਫਗਾਨਿਸਤਾਨ ਵਿੱਚ ਔਰਤਾਂ ਦੀ ਸਿੱਖਿਆ ਜਾਂ ਉਹਨਾਂ ਦੇ ਕੰਮ ਸੰਬੰਧੀ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਏਗੀ। ਉਹਨਾਂ ਨੇ ਕਿਹਾ ਕਿ ਕਿਸੇ ਵੀ ਦੇਸ਼ ਨੂੰ ਇੱਕ ਦੂਸਰੇ ਦੀ ਸੰਸਕ੍ਰਿਤੀ ਦਾ ਸਨਮਾਨ ਕਰਨਾ ਚਾਹੀਦਾ ਹੈ। ਬੁਲਾਰੇ ਨੇ ਕਿਹਾ ਕਿ ਸਾਨੂੰ ਇੱਕ ਦੂਸਰੇ ਦੀ ਸੰਸਕ੍ਰਿਤੀ ਵਿੱਚ ਦਖਲ ਦੇਣ ਜਾਂ ਬਦਲਣ ਦੀ ਯਤਨ ਨਹੀਂ ਕਰਨੇ ਚਾਹੀਦੇ। ਸ਼ਾਹੀਨ ਨੇ ਕਿਹਾ ਕਿ ਅਸੀਂ ਆਪਣੀ ਸੰਸਕ੍ਰਿਤੀ ਬਦਲਣ ਦਾ ਕੋਈ ਇਰਾਦਾ ਨਹੀਂ ਰੱਖਦੇ। ਅਮਰੀਕਾ ਤੇ ਹੋਰਨਾਂ ਦੇਸ਼ਾਂ ਨੂੰ ਸਾਡੀ ਸੰਸਕ੍ਰਿਤੀ ਨਹੀਂ ਬਦਲਣੀ ਚਾਹੀਦੀ। ਬੁਲਾਰੇ ਨੇ ਅਮਰੀਕੀ ਫੌਜੀਆਂ ਦੀ ਵਾਪਸੀ ਨੂੰ ਦੇਸ਼ ਦੇ ਇਤਿਹਾਸ ਵਿੱਚ ਇੱਕ ਅਧਿਆਇ ਦਾ ਅੰਤ ਦੱਸਿਆ। ਸ਼ਾਹੀਨ ਨੇ ਪੱਛਮੀ ਦੇਸ਼ਾਂ ਦੇ ਉਸਦੇ ਨਜ਼ਰੀਏ ਦਾ ਸਖਤ ਵਿਰੋਧ ਕੀਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਔਰਤਾਂ ਨੂੰ ਹਿਜਾਬ ਦੇ ਬਿਨਾਂ ਸਿੱਖਿਆ ਹਾਸਲ ਕਰਨੀ ਚਾਹੀਦੀ ਹੈ। ਫੋਕਸ ਨਿਊਜ਼ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਇਹ ਸੰਸਕ੍ਰਿਤੀ ਦਾ ਬਦਲਾਅ ਹੈ। ਉਹਨਾਂ ਨੇ ਕਿਹਾ ਕਿ ਇਹ ਸਾਡੀ ਸੰਸਕ੍ਰਿਤੀ ਹੈ ਕਿ ਉਹ ਹਿਜਾਬ ਪਹਿਨ ਕੇ ਵਿਦਿਆ ਗ੍ਰਹਿਣ ਕਰਨ। ਉਹਨਾਂ ਨੇ ਕਿਹਾ ਕਿ ਔਰਤਾਂ ਹਿਜਾਬ ਪਹਿਨ ਕੇ ਕੰਮ ਕਰ ਸਕਦੀਆਂ ਨੇ। ਅਮਰੀਕਾ ਦੇ ਨਾਲ ਰਿਸ਼ਤਿਆਂ ਨੂੰ ਲੈ ਕੇ ਸੁਹੈਲ ਨੇ ਕਿਹਾ ਕਿ ਸਾਨੂੰ ਇਸ ਗੱਲ ਤੇ ਧਿਆਨ ਦੇਣਾ ਚਾਹੀਦਾ ਹੈ ਕਿ ਸਾਨੂੰ ਸਕਾਰਾਤਮਕ ਤੇ ਰਚਨਾਤਮਕ ਤਰੀਕੇ ਨਾਲ ਇਕੱਠੇ ਕਿਵੇਂ ਕੰਮ ਕਰ ਸਕਦੇ ਹਾਂ ਜਿਹੜੇ ਦੋਵਾਂ ਧਿਰਾਂ ਦੇ ਹਿੱਤ ਵਿੱਚ ਹੋਣ। ਮੀਡੀਆ ਰਿਪੋਰਟਸ ਦੇ ਅਨੁਸਾਰ ਕਾਬੁਲ ਵਿੱਚ ਔਰਤਾਂ ਦਾ ਵਿਰੋਧ ਪ੍ਰਦਰਸ਼ਨ ਹਿੰਸਕ ਹੋ ਗਿਆ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਇਹ ਹਿੰਸਾ ਤਾਲਿਬਾਨ ਦੇ ਉਹਨਾਂ ਦੇ ਰਸਤੇ ਆਉਣ ਤੋਂ ਬਾਅਦ ਹੋਈ ਹੈ। ਤਾਲਿਬਾਨ ਨੇ ਪ੍ਰਦਰਸ਼ਨਕਾਰੀਆਂ ਤੇ ਅਥਰੂ ਗੈਸ ਦੇ ਗੋਲੇ ਛੱਡੇ ਹਨ ਅਤੇ ਉਹਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਜਾ ਰਿਹਾ। ਦਰਅਸਲ ਕਈ ਮਹਿਲਾ ਅਧਿਕਾਰ ਕਾਰਕੁਨਾਂ ਅਤੇ ਪੱਤਰਕਾਰਾਂ ਨੇ ਸ਼ਨੀਵਾਰ ਨੂੰ ਕਾਬੁਲ ਵਿੱਚ ਦੂਜੇ ਦਿਨ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਕਿਹਾ ਕਿ ਵਿਰੋਧ ਹਿੰਸਕ ਹੋ ਗਿਆ ਕਿਉਂਕਿ ਤਾਲਿਬਾਨ ਫੌਜਾਂ ਨੂੰ ਪ੍ਰਦਰਸ਼ਨਕਾਰੀਆਂ ਨੂੰ ਰਾਸ਼ਟਰਪਤੀ ਭਵਨ ਵੱਲ ਮਾਰਚ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਅਫਗਾਨਿਸਤਾਨ ਵਿੱਚ ਤਾਲਿਬਾਨ ਨੇ ਸੱਤਾ ਸੰਭਾਲ ਲਈ ਹੈ। ਤਾਲਿਬਾਨ ਦੇ ਸੱਤਾ ਵਿੱਚ ਵਾਪਸੀ ਦੇ ਨਾਲ ਔਰਤਾਂ ਦੇ ਅਧਿਕਾਰਾਂ ਨੂੰ ਸ਼ਰੀਆ ਕਾਨੂੰਨ ਦੇ ਅਨੁਸਾਰ ਨਿਸ਼ਚਿਤ ਕੀਤਾ ਗਿਆ। ਇਸ ਦੌਰਾਨ ਕਾਬੁਲ ਵਿੱਚ ਔਰਤਾਂ ਨੇ ਆਪਣੇ ਅਧਿਕਾਰਾਂ ਲਈ ਤਾਲਿਬਾਨ ਸ਼ਾਸਨ ਦੇ ਵਿਰੋਧ ਵਿੱਚ ਮਾਰਚ ਕੀਤਾ। ਔਰਤਾਂ ਦਾ ਕਹਿਣਾ ਹੈ ਕਿ ਉਹ ਬਰਾਬਰ ਦਾ ਅਧਿਕਾਰ ਚਾਹੁੰਦੀਆਂ ਨੇ। ਅਫਗਾਨਿਸਤਾਨ ਦੇ ਕਬਜ਼ੇ ਤੋਂ ਬਾਅਦ ਹੁਣ ਤਾਲਿਬਾਨ ਨੇ ਸਰਕਾਰ ਬਣਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। उत्तर प्रदेश के मुजफ्फरनगर विच ਐਤਵਾਰ ਨੂੰ किसानां ने महापंचायत सदी। इस महापंचायत विच वड्डी गिणती च किसानां ने शमूलीयत की। एक किसान महापंचायत GIC ग्राउंड विच हुई जिस विच किसानां दे कई वड्डे आगू भी शामिल हुए। खास गल यह रही कि दिल्ली दीयां सरहदां दे पिछले करीब 9 महीनों तो डटे किसान इस महापंचायत विच पहुंचे। किसानां दे वड्डे काफले बीती रात तो ही मुजफ्फरनगर विच पहुंचने शुरू हो गए सन, पंडाल विच पुज गए सन। यह किसान महापंचायत हुण तक दी सब तो वड्डी महापंचायत है क्योंकि ਲੱਖਾਂ ਦੀ ਤਾਦਾਦ ਵਿੱਚ ਕਿਸਾਨ ਇਸ ਮਹਾਪੰਚਾਇਤ ਵਿੱਚ ਹਿੱਸਾ ਲੈਣ ਪਹੁੰਚੇ। ਸਿੱਧੇ ਸ਼ਬਦਾਂ ਵਿੱਚ ਕਿਸਾਨਾਂ ਦਾ ਇਕੱਠ ਇੰਨਾ ਕੁ ਵੱਡਾ ਸੀ ਕਿ ਇਸ ਗੱਲ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। किसान महापंचायत विच खेती कानूनों के विरोध विच सदी गई सी। किसानां वल्लों स्पष्ट किया गया है कि जदों तक खेती कानून वापस नहीं हुंदे उदों तक साडी घर वापसी नहीं होवेगी। मुजफ्फरनगर विच किसानां दा वड्डा इकट्ठ होया जिस विच किसान बीबियां ने भी हिस्सा लिया। किसान आगू डॉक्टर दर्शनपाल ने कहा कि किसान महापंचायत विच शामिल होने लई हज़ारां किसानां ने मुजफ्फरनगर नूं चाले पा दित्ते सन। इन्हां विच 15 सूबियां दे किसान शामिल होए। आगू ने कहा कि 5 सितंबर दी महापंचायत जोगी ते मोदी सरकार नूं किसानां ते खेत मजदूरां दी शक्ति दा प्रदर्शन करवा चुकी है। केंद्र सरकार झोने ते कणक दी खरीद नियमां विच तब्दीली दी तैयारी कर रही है। केंद्र सरकार ने खेती विग्यानियां दे एक ग्रुप दा गठन किया जिसने झोने तो मिलिंगकरण पिछों निकले चौल ते कणक खरीद लई पहलां तय मापदंडां विच तब्दीली करन दी सिफारिश की है। पंजाब समेत कई सूबे इस दे विरोध विच हन पर भाजपा शासित सूबे विच यह विरोध ज्यादा खुल के नहीं कर रहे। पंजाब के मुख मंत्री कैप्टन अमरिंदर सिंह ने प्रधानमंत्री नरेंद्र मोदी नूं एक पत्र लिख के इन्हां मापदंडां विरुद्ध खुल के विरोध प्रगटाया। खुराक ते सप्लाई विभाग के प्रमुख सकत्तरां दी एक मीटिंग पिछले हफ्ते हुई। पंजाब समेत उन्हां सारे सूबियां ने इस दा विरोध किया जिथे भारी मात्रा विच झोने ते कणक की खरीद की जाती है। पंजाब के खुराक ते सप्लाई मंत्री भारत भूषण आशू ने कहा कि इन्हां मापदंडां नूं देख के साफ पता लगता है कि जिन्हां खेती विग्यानियां ने इस दे मापदंड तय किए ने उन्हां नूं खरीद दी जमीन हकीकत पता ही नहीं। मुख मंत्री ने भी प्रधानमंत्री नूं लिखे पत्र विच कहा कि मापदंड तय करन लई बनाई गई कमेटी विच केंद्रीय अधिकारी केंद्रीय संस्थावां दे विग्यानियां नूं ही शामिल किया गया। ना तां सूबियां दीयां खरीद एजेंसियां नूं इस विच नुमाइंदगी दित्ती गई ते ना ही सब तो वड्डे हिस्सेदार किसानां ते मिल वालियां नूं। ना ही कमेटी ने कोई फील्ड असेस्ट किया है। केंद्रीय पुल विच 50% हिस्सेदारी देने वाले पंजाब नूं भी पूछा तक नहीं गया। उन्होंने कहा कि जिस तरह मिलिंग के मापदंडां नूं ज्यादा सख्त किया जा रहा उस नाल मिलिंग इंडस्ट्री बुरी तरह प्रभावित होवेगी।
ਟੋਕੀਓ ਪੈਰਾ 올림픽ਸ ਵਿੱਚ ਭਾਰਤੀ ਐਥਲੀਟਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਐਤਵਾਰ ਦੀ ਸ਼ੁਰੂਆਤ ਸਿਲਵਰ ਮੈਡਲ ਦੇ ਨਾਲ ਹੋਈ ਤੇ ਤਾਜ਼ਾ ਖਬਰ ਇਹ ਹੈ ਕਿ ਭਾਰਤ ਦੇ ਖਾਤੇ ਵਿੱਚ ਇੱਕ ਹੋਰ ਮੈਡਲ ਆ ਗਿਆ। ਬੈਡਮਿੰਟਨ ਪੁਰਸ਼ ਸ਼ੇਕਲ SH6 ਕ੍ਰਿਸ਼ਨਾ ਨਾਗਰ ਨੇ ਕਈ ਮਾਨਚੂ ਨੂੰ ਹਰਾ ਕੇ 골ਡ ਮੈਡਲ ਜਿੱਤਿਆ ਹੈ। ਇਹ ਟੋਕੀਓ ਪੈਰਾ 올림픽ਸ ਵਿੱਚ ਭਾਰਤ ਦਾ ਕੁੱਲ 19ਵਾਂ ਮੈਡਲ ਹੈ ਤੇ ਇਸ ਵਿੱਚ 5 골ਡ ਨੇ। ਫਾਈਨਲ ਮੁਕਾਬਲੇ ਦੇ ਪਹਿਲੇ ਦੌਰ ਦੀ ਖੇਡ ਵਿੱਚ ਕ੍ਰਿਸ਼ਨਾ ਨੇ ਕਾਈ ਮਾਨਚੂ ਨੂੰ 21-17 ਨਾਲ ਹਰਾਇਆ। ਹਾਲਾਂਕਿ ਦੂਸਰੀ ਗੇਮ ਵਿੱਚ ਹਾਂਗਕਾਂਗ ਦੇ ਖਿਡਾਰੀਆਂ ਨੇ ਵਾਪਸੀ ਕੀਤੀ ਤੇ ਮੁਕਾਬਲਾ 21-16 ਨਾਲ ਆਪਣੇ ਨਾਂ ਕੀਤਾ। ਪਰ ਤੀਸਰੇ ਰਾਉਂਡ ਵਿੱਚ ਭਾਰਤੀ ਪੈਰਾ ਸ਼ਟਲਰ ਕ੍ਰਿਸ਼ਨਾ ਨਾਗਰ ਨੇ ਜ਼ਬਰਦਸਤ ਵਾਪਸੀ ਕਰਦੇ ਹੋਏ 21-17 ਨਾਲ ਜਿੱਤ ਹਾਸਲ ਕੀਤੀ ਤੇ ਮੁਕਾਬਲਾ 2-1 ਨਾਲ ਜਿੱਤ ਕੇ 골ਡ ਮੈਡਲ ਤੇ ਕਬਜ਼ਾ ਕੀਤਾ। ਇਸ ਤੋਂ ਪਹਿਲਾਂ ਬੈਡਮਿੰਟਨ ਪੁਰਸ਼ ਸ਼ੇਕਲ SL4 ਨੋਇਡਾ ਦੇ GM ਸੁਹਾਸ ਐਲ ਯਤੀਰਾਜ ਨੇ ਦੇਸ਼ ਨੂੰ ਸਿਲਵਰ ਮੈਡਲ ਦਿਵਾਇਆ। ਇਹ ਭਾਰਤ ਦਾ 18ਵਾਂ ਮੈਡਲ ਸੀ। ਟੋਕੀਓ ਵਿੱਚ ਜਾਰੀ ਪੈਰਾ 올림픽 ਖੇਡਾਂ ਆਪਣੇ ਆਖਰੀ ਪੜਾਅ ਵਿੱਚ ਨੇ ਤੇ ਭਾਰਤੀ ਖਿਡਾਰੀਆਂ ਦਾ ਪ੍ਰਦਰਸ਼ਨ ਹੁਣ ਤੱਕ ਦਾ ਦਮਦਾਰ ਰਿਹਾ। ਭਾਰਤ ਨੇ 5 골ਡ ਮੈਡਲ, 8 ਸਿਲਵਰ ਮੈਡਲ, 6 ਕਾਂਸੇ ਮੈਡਲ ਜਿੱਤੇ। ਪੈਰਾ 올림픽 ਖੇਡਾਂ ਦੇ ਇਤਿਹਾਸ ਵਿੱਚ ਭਾਰਤ ਲਈ ਇਹ ਟੂਰਨਾਮੈਂਟ ਇਤਿਹਾਸਕ ਹੈ ਕਿਉਂਕਿ ਭਾਰਤ ਨੇ ਹੁਣ ਤੱਕ ਸਿਰਫ 12 ਮੈਡਲ ਹੀ ਇਹਨਾਂ ਖੇਡਾਂ ਵਿੱਚ ਜਿੱਤੇ ਸਨ। ਪਰ ਹੁਣ ਇੱਕੋ ਪੈਰਾ 올림픽 ਵਿੱਚ ਭਾਰਤ ਨੇ 1.5 ਦਰਜਨ ਤੋਂ ਜ਼ਿਆਦਾ ਮੈਡਲਾਂ ਤੇ ਕਬਜ਼ਾ ਜਮਾਇਆ। ਰਾਜਸਥਾਨ ਦੇ ਕ੍ਰਿਸ਼ਨਾ ਨਗਰ ਫਿਲਹਾਲ ਮਹਿਜ਼ 22 ਸਾਲ ਦੇ ਨੇ ਤੇ ਉਹਨਾਂ ਨੇ ਪੈਰਾ 올림픽 ਵਿੱਚ 골ਡ ਮੈਡਲ ਜਿੱਤਣ ਤੋਂ ਪਹਿਲਾਂ ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਤੇ ਕਾਂਸੀ ਮੈਡਲ ਜਿੱਤਿਆ ਹੋਇਆ ਹੈ। ਇਸ ਤੋਂ ਇਲਾਵਾ ਪੈਰਾ ਏਸ਼ੀਅਨ ਗੇਮਸ ਵਿੱਚ ਵੀ ਕਾਂਸੀ ਮੈਡਲ ਆਪਣੇ ਨਾਂ ਕਰ ਚੁੱਕੇ ਨੇ। ਆਪਣੀ ਕੈਟਾਗਰੀ ਵਿੱਚ ਉਹ ਇਸ ਵੇਲੇ ਦੁਨੀਆ ਦੇ ਦੂਸਰੇ ਨੰਬਰ ਦੇ ਖਿਡਾਰੀ ਨੇ। ਮੌਜੂਦਾ ਪ੍ਰਦਰਸ਼ਨ ਨੂੰ ਦੇਖਿਆ ਜਾਵੇ ਤਾਂ ਉਹ ਜਲਦ ਨੰਬਰ 1 ਤੇ ਵੀ ਕਾਬਜ਼ ਹੋ ਸਕਦੇ ਹਨ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨੂ ਦੀ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।